ਵੈਲਕਮ ਟੂ ਵਾਚ 2020 YouTube ਚੈਨਲ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਨਵੀਂ ਐਜੂਕੇਸ਼ਨ ਪਾਲਿਸੀ, ਨਿਊ ਐਜੂਕੇਸ਼ਨ ਪਾਲਿਸੀ ਦੇ ਬਾਰੇ 'ਚ। ਇਸ ਵਿੱਚ ਆਪਾਂ ਗੱਲ ਕਰਾਂਗੇ ਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਖਾਸ ਕੀ ਆ ਜਾਂ ਇਹਦੀ ਲੋੜ ਕਿਉਂ ਸੀਗੀ। ਸੋ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਆ ਇਹ ਜੁਲਾਈ 29 2020 ਨੂੰ ਯੂਨੀਅਨ ਕੈਬਨਿਟ ਵੱਲੋਂ ਅਪਰੂਵ ਕਰ ਦਿੱਤੀ ਗਈ ਆ। ਇਸ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਪਾਲਿਸੀ ਸੀ 1986 'ਚ ਬਣੀ ਸੀ ਅਤੇ ਉਸੇ ਦੇ ਵਿੱਚ ਅਮੈਂਡਮੈਂਟ ਕਰਕੇ 1992 'ਚ ਜਿਹੜਾ ਉਹਨੂੰ ਲਾਗੂ ਕੀਤਾ ਸੀ ਅਤੇ ਉਦੋਂ ਤੋਂ ਲਗਭਗ 34 ਸਾਲ ਹੋ ਗਏ ਆ, ਯਾਨੀ ਕਿ ਪਿਛਲੀ ਸਦੀ ਤੋਂ ਹੀ ਉਹ ਜਿਹੜੀ ਐਜੂਕੇਸ਼ਨ ਪਾਲਿਸੀ ਹੁਣ ਤੱਕ ਚੱਲਦੀ ਆ ਰਹੀ ਸੀ। 21ਵੀਂ ਸਦੀ ਦੀ ਮੰਗ ਅਨੁਸਾਰ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਵੀਂ ਐਜੂਕੇਸ਼ਨ ਪਾਲਿਸੀ ਦੀ ਬਹੁਤ ਲੋੜ ਸੀ। ਇਹ ਪਾਲਿਸੀ ਦਾ ਡਰਾਫਟ ਜਿਹੜਾ ਜੂਨ 2017 ਵਿੱਚ ਤਿਆਰ ਹੋ ਗਿਆ ਸੀ ਤੇ ਮਈ 2019 ਦੇ ਵਿੱਚ ਇਹਨੂੰ MHRD ਮਿਨਿਸਟਰੀ ਨੂੰ ਸਬਮਿਟ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ MHRD ਮਿਨਿਸਟਰੀ ਵੱਲੋਂ ਇਹਨੂੰ ਆਪਣੀ ਵੈਬਸਾਈਟ ਤੇ ਪਾਇਆ ਗਿਆ ਔਰ ਲੋਕਾਂ ਦੇ ਸੁਜੈਸ਼ਨਸ ਵਗੈਰਾ ਲਏ ਗਏ ਔਰ ਫਾਈਨਲੀ ਇਹਨੂੰ ਹੁਣ ਅਪਰੂਵ ਕਰ ਦਿੱਤਾ ਗਿਆ। ਨਿਊ ਐਜੂਕੇਸ਼ਨ ਪਾਲਿਸੀ ਦਾ ਪ੍ਰਾਇਮਰੀ ਮਕਸਦ ਕੀ ਆ? ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਸੈਕੰਡਰੀ ਐਜੂਕੇਸ਼ਨ ਨੂੰ ਅਗਲੇ 10 ਸਾਲਾਂ ਦੇ ਵਿੱਚ ਵਿਸ਼ਵ ਵਿਆਪੀ ਬਣਾਉਣਾ। ਮਤਲਬ ਕਿ ਪ੍ਰਾਇਮਰੀ ਐਜੂਕੇਸ਼ਨ ਨੂੰ ਜਿਹੜਾ ਵਾ ਯੂਨੀਵਰਸਲਾਈਜ਼ ਕਰਨਾ ਵਾ, ਵਿਸ਼ਵ ਪੱਧਰ ਤੇ ਲੈ ਕੇ ਜਾਣ ਦਾ ਟੀਚਾ ਹੈਗਾ। ਇਸ ਵਿੱਚ +2 ਵਾਲਾ ਕਰੰਟ ਜਿਹੜਾ ਸਿਸਟਮ ਚੱਲ ਰਿਹਾ ਉਹਨੂੰ ਬਦਲ ਕੇ 5+3+3+4 ਵਾਲਾ ਸਿਸਟਮ ਜਿਹੜਾ ਲਾਗੂ ਕਰਨ ਦੀ ਗੱਲ ਕਹੀ ਗਈ ਆ। ਇਹਦੇ ਵਿੱਚ ਕੀ ਆ ਕਿ ਏਜ ਗਰੁੱਪ ਦੇ ਹਿਸਾਬ ਨਾਲ ਬੱਚਿਆਂ ਦੀ ਸਕੂਲਿੰਗ ਹੋਏਗੀ। 3 ਤੋਂ 6 ਸਾਲ ਦੀ ਉਮਰ ਜਿਹੜੀ ਆ ਬੱਚੇ ਦੇ ਮਾਨਸਿਕ ਵਿਕਾਸ ਲਈ ਬਹੁਤ ਕ੍ਰੂਸ਼ਲ ਮੰਨੀ ਗਈ ਆ। ਸੋ ਇਹਦੇ ਵਿੱਚ ਇਹਨੂੰ ਇਨਕਲੂਡ ਕੀਤਾ ਗਿਆ। ਸੋ 12 ਸਾਲ ਦੀ ਸਕੂਲਿੰਗ ਹੋਵੇਗੀ, ਨਾਲ ਵਿੱਚ 3 ਸਾਲ ਵੀ ਜਿਹੜੇ ਪ੍ਰੀ ਸਕੂਲਿੰਗ ਦੇ ਪਾ ਕੇ ਟੋਟਲ 15 ਸਾਲ ਦੇ ਵਿੱਚ ਬੱਚਾ 12ਵੀਂ ਤੱਕ ਦੀ ਪੜ੍ਹਾਈ ਨੂੰ ਕੰਪਲੀਟ ਕਰ ਸਕੇਗਾ। ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਮੁੱਢਲੀ ਸਿੱਖਿਆ ਅਤੇ ਨਿਊਮਰੇਸੀ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ। ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜਾ ਵਾ ਰਿਪੋਰਟ ਕਾਰਡ ਜਿਹੜਾ ਕਰੰਟਲੀ ਚੱਲਦਾ ਪਿਆ ਉਹਦੇ 'ਚ ਵੀ ਕਾਫੀ ਵੱਡਾ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਆ। ਕਰੰਟਲੀ ਜਿਵੇਂ ਬੱਚੇ ਦੀ ਟੀਚਰਸ ਵੱਲੋਂ ਅਸੈਸਮੈਂਟ ਲਗਾਈ ਜਾਂਦੀ ਆ, ਉਹਦੇ ਟੈਕਸਟ ਬੁੱਕ 'ਚੋਂ ਜਿਹੜੇ ਕੁਐਸਚਨਸ ਵਗੈਰਾ ਪੁੱਛੇ ਜਾਂਦੇ ਉਹਦੇ ਹਿਸਾਬ ਨਾਲ, ਪਰ ਨਿਊ ਐਜੂਕੇਸ਼ਨ ਪਾਲਿਸੀ 'ਚ ਕੀ ਹੋਏਗਾ, ਬੱਚੇ ਦੀ ਓਵਰਆਲ ਜਿਹੜੀ ਆ ਪ੍ਰੋਗਰੈਸ ਨੂੰ ਟੈਸਟ ਕੀਤਾ ਜਾਏਗਾ, ਟਰੈਕ ਕੀਤਾ ਜਾਏਗਾ। ਨਾਟ ਓਨਲੀ ਟੀਚਰਸ ਬਟ ਉਹਦੇ ਫੈਲੋ ਸਟੂਡੈਂਟਸ ਔਰ ਖੁਦ ਬੱਚਾ ਜਿਹੜਾ ਆਪਣੇ ਆਪ ਨੂੰ ਐਵੈਲੂਏਟ ਕਰੇਗਾ ਕਿ ਉਹਨੂੰ ਹੁਣ ਤੱਕ ਕੀ ਸਿੱਖ ਲਿਆ ਉਹਨੇ, ਉਹਦੇ ਹਿਸਾਬ ਨਾਲ ਉਹ ਖੁਦ ਨੂੰ ਹੀ ਐਵੈਲੂਏਟ ਕਰੇਗਾ। ਔਰ ਸਭ ਤੋਂ ਵੱਡੀ ਗੱਲ ਜਿਹੜੇ ਐਨੂਅਲ ਐਗਜ਼ਾਮੀਨੇਸ਼ਨ ਕਰੰਟਲੀ ਹਰ ਸਾਲ ਹੁੰਦੇ ਪਏ ਆ ਉਹਨਾਂ ਨੂੰ ਬਿਲਕੁਲ ਅਬੋਲਿਸ਼ ਕਰਕੇ ਨਵਾਂ ਸਿਸਟਮ ਲਾਗੂ ਕਰਨ ਦੀ ਗੱਲ ਕੀਤੀ ਗਈ ਆ। ਜਿਵੇਂ ਕਿ ਨਵੀਂ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ ਜਿਹੜੇ ਐਗਜ਼ਾਮ ਆ ਉਹ ਤੀਸਰੀ ਕਲਾਸ, 5ਵੀਂ, 8ਵੀਂ, 10ਵੀਂ ਅਤੇ 12ਵੀਂ ਦੇ ਵਿੱਚ ਹੋਣਗੇ। ਉਹ ਵੀ ਹੁਣ ਦੀ ਤਰ੍ਹਾਂ ਜਿਹੜਾ ਵਾ ਰੱਟਾ ਮਾਰ ਕੇ ਜਾਂ ਫਿਰ ਹਿਸਟਰੀ ਦੀਆਂ ਤਰੀਕਾਂ ਯਾਦ ਕਰਕੇ ਨਹੀਂ, ਬਲਕਿ ਐਨਾਲਿਸਿਸ, ਕ੍ਰਿਟੀਕਲ ਥਿੰਕਿੰਗ ਅਤੇ ਕਨਸੈਪਚੁਅਲ ਕਲੈਰਿਟੀ ਦੇ ਬੇਸਿਸ ਤੇ ਹੋਣਗੇ ਔਰ ਹੋਲਿਸਟਿਕ ਮੈਨਰ ਦੇ ਵਿੱਚ ਹੋਣਗੇ। ਹੋਲਿਸਟਿਕ ਮੈਨਰ ਕੀ ਹੁੰਦਾ ਕਿ ਮੰਨ ਲਓ ਕਿ ਬੱਚਾ ਪੂਰਾ ਸਾਲ ਜਿਹੜਾ ਵਾ ਕਾਫੀ ਕੰਪੀਟੀਸ਼ਨਸ ਵਗੈਰਾ, ਡਿਬੇਟਸ ਵਗੈਰਾ ਦੇ ਵਿੱਚ ਭਾਗ ਲੈਂਦਾ ਰਿਹਾ ਔਰ ਉਸ ਚੀਜ਼ 'ਚੋਂ ਕਾਫੀ ਅੱਛਾ ਵਾ, ਔਰ ਸਪੋਜ਼ ਫਾਈਨਲ ਐਗਜ਼ਾਮ ਦੇ ਵਿੱਚ ਉਹਦੇ ਮੈਥਸ ਤੋਂ ਮਾਰਕਸ ਘੱਟ ਆ ਗਏ ਆ। ਸੋ ਉਹਦਾ ਜਿਹੜਾ ਰਿਜ਼ਲਟ ਆ ਉਹ ਫਾਈਨਲ ਐਗਜ਼ਾਮ ਦੇ ਮੈਥ ਦੇ ਟੈਸਟ ਦੇ ਬੇਸਿਸ ਨਹੀਂ ਹੋਏਗਾ, ਬਟ ਓਵਰਆਲ ਜਿਹੜਾ ਉਹਨੇ ਸਾਰੇ ਸਾਲ 'ਚ ਕੰਮ ਕੀਤਾ, ਓਵਰਆਲ ਉਹਦੀ ਪ੍ਰੋਗਰੈਸ ਦੇਖੀ ਜਾਏਗੀ, ਉਹਦੇ ਤੇ ਬੇਸਿਸ ਉਹਦਾ ਜਿਹੜਾ ਰਿਪੋਰਟ ਕਾਰਡ ਤਿਆਰ ਕੀਤਾ ਜਾਵੇਗਾ। ਸੋ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਆ। ਨੈਕਸਟ ਹੈ ਕਿ NCTE ਅਤੇ NCERT ਵੱਲੋਂ ਮਿਲ ਕੇ ਜਿਹੜਾ NCFTE 2009-10 ਜਿਹੜਾ ਤਿਆਰ ਕੀਤਾ ਸੀ ਉਹਦੇ ਵਾਂਗੂ ਜਿਹੜਾ 2021 ਤਿਆਰ ਕੀਤਾ ਜਾਏਗਾ। NCFTE ਕੀ ਹੁੰਦਾ ਉਹ ਨੀਚੇ ਤੁਸੀਂ ਦੇਖ ਸਕਦੇ, ਜਿਹੜੀਆਂ ਟਰਮਸ ਯੂਜ਼ ਕੀਤੀਆਂ ਉਹਨਾਂ ਦੀ ਫੁੱਲ ਫਾਰਮ ਨੀਚੇ ਦਿੱਤੀ ਹੋਈ ਆ, ਤੁਸੀਂ ਦੇਖ ਸਕਦੇ ਜੀ। ਨੈਕਸਟ ਹੈ ਕਿ ਸਬਜੈਕਟਸ ਦੇ ਵਿੱਚ ਸਬਜੈਕਟ ਚੂਜ਼ ਕਰਨ ਦੀ ਜਿਹੜੀ ਆ ਆਜ਼ਾਦੀ ਹੋਏਗੀ। 6ਵੀਂ ਕਲਾਸ ਤੋਂ ਬੱਚਾ ਕੋਡਿੰਗ ਵੀ ਕਰ ਸਕਦਾ ਵਾ ਔਰ ਵੋਕੇਸ਼ਨਲ ਦੇ ਸਬਜੈਕਟਸ ਵੀ ਲੈ ਸਕਦਾ ਵਾ। ਜ਼ਰੂਰੀ ਨਹੀਂ ਹੈ ਕਿ ਉਹਨੂੰ ਜਿਹੜੇ ਸਬਜੈਕਟ ਅਲਾਟ ਕੀਤੇ ਗਏ ਆ ਸਿਰਫ ਉਹੀ ਉਹ ਪੜ੍ਹ ਸਕਦਾ, ਉਹ ਆਪਣੇ ਇੰਟਰਸਟ ਦੇ ਹਿਸਾਬ ਦੇ ਨਾਲ ਸਬਜੈਕਟਸ ਨੂੰ ਚੂਜ਼ ਵੀ ਕਰ ਸਕਦਾ ਔਰ ਜਿਹੜੇ ਸਬਜੈਕਟ 'ਚ ਉਹਨਾਂ ਦਾ ਦਿਲਚਸਪੀ ਨਹੀਂ ਆ, ਰੁਚੀ ਨਹੀਂ ਆ, ਉਹਨਾਂ ਨੂੰ ਉਹ ਛੱਡ ਵੀ ਸਕੇਗਾ। ਸੋ ਵੋਕੇਸ਼ਨਲ ਐਜੂਕੇਸ਼ਨ ਆਉਣ ਦੇ ਨਾਲ ਜਿਹੜੀਆਂ ਦੋ ਚੀਜ਼ਾਂ ਹੋਣਗੀਆਂ, ਇੱਕ ਤੇ ਉਹ ਜਿਹੜਾ ਵਾ ਸਕਿੱਲਫੁਲ ਬਣ ਜਾਏਗਾ, ਉਹਨੂੰ ਪ੍ਰੈਕਟੀਕਲ ਨੌਲੇਜ ਹੋ ਜਾਏਗੀ। ਸੈਕੰਡਲੀ ਉਹਨੂੰ ਜਿਹੜੇ ਸਬਜੈਕਟਸ 'ਚ ਇੰਟਰਸਟ ਨਹੀਂ ਆ ਉਹਨਾਂ ਤੇ ਉਹ ਆਪਣਾ ਟਾਈਮ ਵੇਸਟ ਨਹੀਂ ਕਰੇਗਾ ਔਰ ਬਾਏ ਦੀ ਐਂਡ ਆਫ ਦਾ ਕਲਾਸ ਉਹ ਜਿਹੜਾ ਵਾ ਉਹ ਕੋਈ ਸਪੈਸੀਫਿਕ ਚੀਜ਼ ਜਿਹੜੀ ਵੀ ਉਹਨੇ ਸਬਜੈਕਟ ਵੋਕੇਸ਼ਨਲ ਜਾਂ ਕੋਈ ਵੀ ਚੁਣਿਆ ਵਾ ਉਹਦੇ 'ਚ ਉਹ ਪ੍ਰੈਕਟੀਕਲੀ ਉਹਦੀ ਨੌਲੇਜ ਹੋ ਜਾਏਗੀ, ਕਿਉਂਕਿ ਇਹਦੇ 'ਚ ਇੰਟਰਨਸ਼ਿਪਸ ਲੱਗਣਗੀਆਂ, ਵਰਕਸ਼ਾਪਸ ਲੱਗਣਗੀਆਂ। ਸੋ ਉਹਨੂੰ ਐਕਚੁਅਲੀ ਜਿਹੜੀ ਪ੍ਰੈਕਟੀਕਲ ਨੌਲੇਜ ਉਸ ਸਬਜੈਕਟ ਦੀ ਹੋ ਜਾਏਗੀ, ਜਿਹਦੇ ਨਾਲ ਉਹ ਫਿਊਚਰ 'ਚ ਜਾ ਕੇ ਆਪਣਾ ਬਿਜ਼ਨਸ ਸੈਟਅਪ ਕਰ ਸਕਦਾ ਵਾ, ਆਪਣਾ ਵਰਕ ਜਿਹੜਾ
ਸੈਟਅਪ ਕਰ ਸਕਦਾ ਵਾ। ਸੋ ਇਹ ਬਹੁਤ ਵਧੀਆ ਚੀਜ਼ ਆ। ਇਹ ਨਿਊ ਐਜੂਕੇਸ਼ਨ ਪਾਲਿਸੀ 'ਚ ਆਪਣੇ ਦੇਸ਼ 'ਚ ਹੁਣ ਬਣਾਈ ਗਈ ਆ, ਪਰ ਬਹੁਤ ਸਾਰੀਆਂ ਫੋਰਨ ਕੰਟਰੀਜ਼ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਆ ਬਚਪਨ ਤੋਂ ਹੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਅੱਗੇ ਘੱਟੋ ਘੱਟ 5ਵੀਂ ਜਮਾਤ ਤੱਕ ਦੀ ਪੜ੍ਹਾਈ ਮਦਰ ਟੰਗ ਦੇ ਵਿੱਚ ਯਾਨੀ ਕਿ ਮਾਤ ਭਾਸ਼ਾ ਦੇ ਵਿੱਚ ਕਰਵਾਈ ਜਾਣ ਦੀ ਗੱਲ ਵੀ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਕਹੀ ਗਈ ਆ। ਅੱਗੇ ਹਾਇਰ ਐਜੂਕੇਸ਼ਨ ਦੇ ਵਿੱਚ ਵੀ ਸਬਜੈਕਟਸ ਚੁਣਨ ਦੀ ਕਾਫੀ ਫਲੈਕਸੀਬਿਲਿਟੀ ਹੋਵੇਗੀ, ਆਜ਼ਾਦੀ ਹੋਵੇਗੀ। ਜਿਵੇਂ ਹੁਣ ਸਾਇੰਸ ਵਾਲਾ ਜਿਹੜਾ ਆਰਟਸ ਦੇ ਸਬਜੈਕਟ ਨਹੀਂ ਲੈ ਸਕਦਾ ਔਰ ਆਰਟਸ ਵਾਲਾ ਸਾਇੰਸ ਦੇ ਸਬਜੈਕਟ ਨਹੀਂ ਲੈ ਸਕਦਾ, ਜਾਂ ਕਾਮਰਸ ਦਾ ਕੋਈ ਜਿਹੜਾ ਉਹ ਆਰਟਸ ਜਾਂ ਸਾਇੰਸ ਦਾ ਕੋਈ ਸਬਜੈਕਟ ਨਹੀਂ ਲੈ ਸਕਦਾ, ਬਟ ਜਿਹੜਾ ਨੈਕਸਟ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਉਹਦੇ ਵਿੱਚ ਆਜ਼ਾਦੀ ਹੈ, ਫਲੈਕਸੀਬਿਲਿਟੀ ਆ ਕਿ ਸਾਇੰਸ ਵਾਲਾ ਜਿਹੜਾ ਕੋਈ ਆਰਟਸ ਦਾ ਸਬਜੈਕਟ ਹੈ ਜਿਹਦੇ 'ਚ ਉਹਦਾ ਇੰਟਰਸਟ ਆ ਉਹ ਲੈ ਕੇ ਪੜ੍ਹ ਸਕਦਾ ਔਰ ਉਹਦਾ ਐਗਜ਼ਾਮ ਦੇ ਸਕਦਾ। ਬੱਚਾ ਜਿਹੜਾ ਬਾਉਂਡ ਨਹੀਂ ਹੋਏਗਾ ਕਿ ਉਹਨੂੰ ਉਹੀ ਸਬਜੈਕਟ ਪੜ੍ਹਨੇ ਪੈਣਗੇ ਜਿਹੜੇ ਉਹਨੂੰ ਅਲਾਟ ਹੋਏ ਆ। ਸੋ ਇਹ ਵੀ ਬਹੁਤ ਵਧੀਆ ਚੀਜ਼ ਹੈ ਕਿ ਬੱਚਾ ਆਪਣੇ ਇੰਟਰਸਟ ਦੇ ਹਿਸਾਬ ਨਾਲ, ਆਪਣੀ ਰੁਚੀ ਦੇ ਹਿਸਾਬ ਨਾਲ ਸਬਜੈਕਟਸ ਨੂੰ ਚੂਜ਼ ਕਰ ਸਕਦਾ। ਨੈਕਸਟ ਹੈ ਜੀ ਮਲਟੀਪਲ ਐਂਟਰੀ ਐਗਜ਼ਿਟ ਫੈਸਿਲਿਟੀ। ਇਹਦੇ 'ਚ ਕੀ ਹੋਏਗਾ ਕਿ ਸਪੋਜ਼ ਤੁਸੀਂ 3 ਸਾਲ ਦਾ ਕੋਈ ਕੋਰਸ ਲੈ ਲਿਆ ਔਰ ਤੁਸੀਂ 1 ਈਅਰ ਕੰਪਲੀਟ ਕਰਨ ਤੋਂ ਬਾਅਦ ਬਾਕੀ ਸੈਕੰਡ ਅਤੇ ਫਾਈਨਲ ਈਅਰ ਕਿਸੇ ਕਾਰਨ ਕਰਕੇ ਕੰਪਲੀਟ ਨਹੀਂ ਕਰ ਪਾਏ, ਉਹਦੇ 'ਚ ਕੀ ਹੋਏਗਾ ਕਿ ਤੁਹਾਡਾ ਜਿਹੜਾ 1 ਸਾਲ ਉਹ ਵੇਸਟ ਨਹੀਂ ਜਾਏਗਾ, ਉਹਨੂੰ ਤੁਸੀਂ ਦੁਬਾਰਾ 1 ਸਾਲ ਬਾਅਦ ਜਾਂ ਕਿਸੇ ਹੋਰ ਕੋਰਸ 'ਚ ਜਾਂਦੇ ਜੇ ਤੇ ਉਹਨੂੰ ਜਿਹੜਾ ਵਾ ਉਹਦੇ ਪੁਆਇੰਟਸ ਤੁਹਾਨੂੰ ਸਰਟੀਫਿਕੇਟ ਜਾਂ ਕੋਈ ਡਿਗਰੀ ਜ਼ਰੂਰ ਮਿਲੇਗੀ। ਟ੍ਰਾਂਸਫਰ ਕ੍ਰੈਡਿਟ ਫੈਸਿਲਿਟੀ ਜਿਹੜੀ ਉਹ ਵੀ ਸਿਮਿਲਰ ਚੀਜ਼ ਆ ਕਿ ਤੁਸੀਂ 1 ਈਅਰ ਦਾ ਕੋਰਸ ਲੈ ਆਏ ਤੇ ਤੁਸੀਂ ਜਿਹੜਾ ਉਹਨੂੰ ਡ੍ਰੌਪ ਆਊਟ ਹੋ ਗਏ ਜੇ ਤੇ ਉੱਥੇ ਤੁਹਾਨੂੰ ਇਹ ਕੰਮ ਆਏਗਾ, ਤੁਹਾਨੂੰ ਉਹਦਾ ਕੋਈ ਸਰਟੀਫਿਕੇਟ, ਡਿਗਰੀ, ਡਿਪਲੋਮਾ ਜ਼ਰੂਰ ਮਿਲੇਗਾ। ਨੈਕਸਟ ਆ ਜੀ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਹੈ ਰਿਸਰਚ ਦੇ ਵੱਲ ਜਿਹੜਾ ਬਹੁਤ ਜ਼ੋਰ ਦਿੱਤਾ ਗਿਆ ਵਾ। ਜਿਵੇਂ ਕਿ ਚਾਈਨਾ ਜਿਹੜਾ ਵਾ ਰਿਸਰਚ ਦੇ ਵਿੱਚ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਿਹਾ, ਪਰ ਇੰਡੀਆ ਜਿਹੜਾ ਇੰਨਾ ਰਿਸਰਚ ਦੇ ਵੱਲ ਐਜੂਕੇਸ਼ਨ ਦੇ ਵਿੱਚ ਜ਼ਿਆਦਾ ਧਿਆਨ ਨਹੀਂ ਸੀ, ਬਟ ਜਿਹੜਾ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ ਰਿਸਰਚ ਦੇ ਵੱਲ ਜ਼ੋਰ ਦੇਣ ਦੀ ਗੱਲ ਜਿਹੜੀ ਆ ਕਹੀ ਗਈ ਆ। ਅੱਗੇ ਆ ਕਿ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਸੈਟਅਪ ਕੀਤਾ ਜਾਏਗਾ, ਜਿਹਦੇ ਅੱਗੋਂ ਵੱਖ-ਵੱਖ ਭਾਗ ਹੋ ਸਕਦੇ ਆ ਕਿ ਕੋਈ ਫੰਡਿੰਗ ਵਾਸਤੇ ਹੋ ਸਕਦਾ ਵਾ, ਕੋਈ ਐਫੀਲੀਏਸ਼ਨ ਜਾਂ ਐਕ੍ਰੀਡੇਸ਼ਨ ਵਾਸਤੇ ਅੱਗੋਂ ਉਹਦੇ ਬ੍ਰਾਂਚੇਸ ਹੋ ਸਕਦੀਆਂ। ਅੱਗੇ ਸਪੈਸ਼ਲ ਐਜੂਕੇਸ਼ਨ ਜ਼ੋਨਸ ਬਣਾਉਣ ਦੀ ਗੱਲ ਕੀਤੀ ਗਈ ਹੈ ਪਿਛੜੇ ਖੇਤਰਾਂ ਵਾਸਤੇ ਜਾਂ ਪਿਛੜੇ ਵਰਗਾਂ ਵਾਸਤੇ। ਅੱਗੇ ਬਹੁਤ ਹੀ ਖਾਸ ਗੱਲ ਜਿਹਨੂੰ ਬੜੇ ਸਾਲਾਂ ਤੋਂ ਜਿਹਦੀ ਮੰਗ ਕੀਤੀ ਜਾ ਰਹੀ ਹੈ ਕਿ ਜੀਡੀਪੀ ਦਾ ਜਿਹੜਾ ਵਾ 6% ਹਿੱਸਾ ਜਿਹੜਾ ਉਹ ਐਜੂਕੇਸ਼ਨ ਸੈਕਟਰ 'ਚ ਖਰਚ ਕਰਨ ਦੀ ਗੱਲ ਨਵੀਂ ਐਜੂਕੇਸ਼ਨ ਪਾਲਿਸੀ 'ਚ ਫਿਰ ਇੱਕ ਵਾਰ ਆਖੀ ਗਈ ਹੈ। ਅੱਗੇ ਕਿ ਫੋਰਨ ਦੀਆਂ ਯੂਨੀਵਰਸਿਟੀਜ਼ ਆਪਣੇ ਕੈਂਪਸ ਜਿਹੜੇ ਇੰਡੀਆ 'ਚ ਸਥਾਪਿਤ ਕਰਨਗੀਆਂ। ਇਹਦੇ ਨਾਲ ਫਾਇਦਾ ਵੀ ਹੋਏਗਾ, ਨੁਕਸਾਨ ਵੀ ਹੋਏਗਾ। ਫਾਇਦਾ ਇਹ ਹੋਏਗਾ ਕਿ ਜਿਹੜਾ ਵਾ ਫੋਰਨ ਐਜੂਕੇਸ਼ਨ ਦੀ ਯੂਨੀਵਰਸਿਟੀਜ਼ ਦੇ ਕੈਂਪਸ ਜਾਂ ਕਾਲਜ ਦੇ ਕੈਂਪਸ ਬਣਨ ਨਾਲ ਆਪਣੇ ਲੋਕਲ ਜਿਹੜੇ ਕੈਂਪਸ ਜਾਂ ਯੂਨੀਵਰਸਿਟੀਜ਼ ਕਾਲਜਸ ਹੈਗੇ ਆ ਉਹਨਾਂ 'ਚ ਮੁਕਾਬਲੇ ਦੀ ਭਾਵਨਾ ਹੈਗੀ ਤੇ ਉਹ ਆਪਣੀਆਂ ਜਿਹੜੀਆਂ ਸੇਵਾਵਾਂ ਨੂੰ, ਸਰਵਿਸਿਜ਼ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨਗੇ। ਇਹਦਾ ਨੁਕਸਾਨ ਇਹ ਹੋਏਗਾ ਕਿ ਥੋੜੀ ਐਜੂਕੇਸ਼ਨ ਮਹਿੰਗੀ ਜ਼ਰੂਰ ਹੋ ਜਾਏਗੀ ਪਰ ਕੁਆਲਿਟੀ ਆਫ ਐਜੂਕੇਸ਼ਨ ਤੁਹਾਨੂੰ ਮਿਲੇਗੀ। ਸੋ ਨਿਊ ਐਜੂਕੇਸ਼ਨ ਪਾਲਿਸੀ 'ਚ ਅੱਗੇ ਕੁਝ ਪੁਆਇੰਟਸ ਆ ਜਿਨ੍ਹਾਂ ਤੇ ਲੋਕਾਂ ਵੱਲੋਂ ਕੁਐਸਚਨਸ ਰੇਜ਼ ਕੀਤੇ ਗਏ ਆ। ਉਹਨਾਂ ਵਿੱਚ ਸਭ ਤੋਂ ਮੇਨ ਹੈਗਾ ਜੀ ਮੀਡੀਅਮ ਇੰਸਟਰਕਸ਼ਨਸ ਕੀ ਹੋਏਗਾ ਸਕੂਲਾਂ ਦੇ ਵਿੱਚ। ਜਿਵੇਂ ਕਿ ਕੁਝ ਇੰਡੀਅਨ ਬਾਡੀਜ਼ ਨੇ ਕਿਹਾ ਸੀ ਕਿ ਹਿੰਦੀ ਜਿਹੜੀ ਭਾਸ਼ਾ ਵਾ ਇਹਨੂੰ ਕੰਪਲਸਰੀ ਕਰ ਦਿੱਤਾ ਜਾਵੇ ਸਕੂਲਸ ਦੇ ਵਿੱਚ, ਬਟ ਸਾਊਥ ਸਟੇਟਸ ਨੇ ਜਿਹੜਾ ਇੱਥੇ ਆਬਜੈਕਟ ਕੀਤਾ। ਫਿਰ ਵੀ ਰਸਤਾ ਲੱਭਦੇ ਹੋਏ ਜਿਹੜਾ ਵਾ ਮਦਰ ਟੰਗ ਨੂੰ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਵਾ ਚੂਜ਼ ਕਰ ਲਿਆ ਗਿਆ ਔਰ ਮਦਰ ਟੰਗ ਨੂੰ ਵੀ ਮੀਡੀਅਮ ਆਫ ਇੰਸਟਰਕਸ਼ਨ ਬਣਾਉਣ ਤੇ ਵੀ ਥੋੜੇ ਕੁਐਸਚਨਸ ਆ ਰਹੇ ਆ ਕਿ ਜਿਵੇਂ ਹੁਣ ਇੰਗਲਿਸ਼ ਮੀਡੀਅਮ ਆ ਸਕੂਲਸ ਦੇ ਵਿੱਚ, ਅਗਰ ਇਹ ਪਾਲਿਸੀ ਲਾਗੂ ਹੁੰਦੀ ਹੈ ਫਿਰ ਇੰਗਲਿਸ਼ ਮੀਡੀਅਮ ਜਿਹੜਾ ਉਹ ਖਤਮ ਹੋ ਜਾਏਗਾ ਕਿਉਂਕਿ ਮਦਰ ਟੰਗ ਦੇ ਵਿੱਚ ਜਿਹੜੀ ਉਹ ਪੜ੍ਹਾਈ ਕਰਾਈ ਜਾਵੇਗੀ। ਸੋ ਇਹਦੇ ਤੇ ਵੀ ਲੋਕਾਂ ਨੇ ਇਤਰਾਜ਼ ਉਠਾਇਆ ਵਾ ਕਿ ਇੰਗਲਿਸ਼ ਜਿਹੜੀ ਹੈ ਕਾਮਨ ਬੇਸ ਪ੍ਰੋਵਾਈਡ ਕਰਦੀ ਇੰਡੀਅਨਸ ਨੂੰ, ਜਿਹਦੇ ਬੇਸਿਸ ਤੇ ਉਹ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਵੀ ਸਟੱਡੀਜ਼ ਕਰ ਪਾਉਂਦੇ ਆ, ਵਰਕ ਕਰ ਪਾਉਂਦੇ ਆ। ਸੋ ਇਹਦੇ ਤੇ ਵੀ ਕੁਐਸਚਨਸ ਆ ਕਿ ਇੰਗਲਿਸ਼ ਨੂੰ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਜਾਂ ਇੰਗਲਿਸ਼ ਮੀਡੀਅਮ ਵਾਲੇ ਸਕੂਲ ਵੀ ਕੰਟੀਨਿਊ ਕੀਤੇ ਜਾਣ। ਹਾਲਾਂਕਿ ਇੰਗਲਿਸ਼ ਜਿਹੜਾ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਏਗਾ ਪਰ ਮੀਡੀਅਮ ਆਫ ਇੰਸਟਰਕਸ਼ਨ ਹੋਏਗਾ ਜਾਂ ਨਹੀਂ ਇਹ ਬਹਿਸ ਦਾ ਵਿਸ਼ਾ ਬਣ ਚੁੱਕਾ ਵਾ। ਦੂਜੀ ਇਤਰਾਜ਼ ਦੀ ਗੱਲ ਲੋਕਾਂ ਨੇ ਉਠਾਈ ਹੈ ਕਿ ਗਵਰਨਮੈਂਟ ਵੱਲੋਂ ਜਿਹੜੀ ਆ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਐਜੂਕੇਸ਼ਨ ਸੈਕਟਰ ਨੂੰ, ਜਿਵੇਂ ਕਿ UGC, AICTE, NAAC ਨੂੰ ਮਰਜ ਕਰਕੇ ਇੱਕ ਸਿੰਗਲ ਬਾਡੀ ਬਣਾਉਣ ਦੀ ਗੱਲ ਕਹੀ ਆ। ਸੋ ਇਸ ਤੋਂ ਲੋਕਾਂ ਨੂੰ ਲੱਗਦਾ ਕਿ ਇਹ ਜਿਹੜੀ ਆ ਸਿੰਗਲ ਬਾਡੀ ਦੇ ਕੰਟਰੋਲ 'ਚ ਆ ਜਾਏਗਾ ਸਾਰਾ ਸਿਸਟਮ, ਕਿਉਂਕਿ ਇੰਨੇ ਵੱਡੇ ਦੇਸ਼ ਦੇ ਵਿੱਚ ਸਿੰਗਲ ਬਾਡੀ ਦੇ ਹੱਥ 'ਚ ਕੰਟਰੋਲ ਹੋਣਾ ਲੋਕਾਂ ਨੂੰ ਪਸੰਦ ਨਹੀਂ ਆ। ਜਿਵੇਂ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕੋਈ ਸੈਂਟਰਲ ਐਜੂਕੇਸ਼ਨ ਬਾਡੀ ਨਹੀਂ ਹੈਗੀ, ਉਹਨਾਂ ਦਾ ਫੈਡਰਲ ਸਟਰਕਚਰ ਜਾਂ ਸਟੇਟਸ ਵੱਲੋਂ ਹੀ ਜਿਹੜਾ ਉਹਨਾਂ ਦੇ ਐਜੂਕੇਸ਼ਨਲ ਇੰਸਟੀਟਿਊਟਸ ਨੂੰ ਚਲਾਇਆ ਜਾ ਰਿਹਾ ਵਾ। ਸੋ ਭਵਿੱਖ ਵਿੱਚ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਪਾਲਿਸੀ ਲਾਗੂ ਹੋਏਗੀ ਤਾਂ ਇਸ ਵਿੱਚ ਕਿਸ ਤਰ੍ਹਾਂ ਦੇ ਫੇਰ ਬਦਲ ਕੀਤੇ ਜਾਂਦੇ ਹਨ ਜਾਂ ਕਿਹੜੇ ਨਵੇਂ ਰੂਲ ਬਣਾਏ ਜਾਂਦੇ ਹਨ, ਕਿਉਂਕਿ ਫਿਲਹਾਲ ਇਹ ਪਾਲਿਸੀ ਆ ਔਰ ਲਾਗੂ ਹੋਣੀ ਬਾਕੀ ਹੈ। ਸੋ ਅੱਜ ਦੀ ਵੀਡੀਓ 'ਚ ਇੰਨਾ ਹੀ ਸੀ। ਸੋ ਆਸ ਹੈ ਕਿ ਇਹ ਵੀਡੀਓ ਤੁਹਾਡੇ ਲਈ ਜਾਣਕਾਰੀ ਭਰਪੂਰ ਰਹੀ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਤੁਸੀਂ ਇਹ ਸਿੱਖਿਆ ਨੀਤੀ ਜਾਂ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਕੀ ਸੋਚਦੇ ਜੇ, ਆਪਣੇ ਵਿਚਾਰ ਜਿਹੜੇ ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਔਰ ਇਸ ਵੀਡੀਓ ਜਾਂ ਚੈਨਲ ਬਾਰੇ ਵੀ ਤੁਹਾਡਾ ਕੋਈ ਸੁਝਾਅ ਸਲਾਹ ਹੋਵੇ ਤਾਂ ਜ਼ਰੂਰ ਦੱਸੋ। ਧੰਨਵਾਦ।